हाज़िर साथियों, मैं रमन कुमार एक बार फिर लैके प्रोग्राम बीते हफ्ते ते एक नज़र 5 खबरां ਹਨ ਸਾਰੀਆਂ ਤੇ ਵਿਸਥਾਰ ਨਾਲ ਚਰਚਾ ਕਰਾਂਗੇ। ਪਹਿਲੀ ਖਬਰ, ਕੇਂਦਰੀ ਜਾਂਚ ਏਜੰਸੀ ਐਨਫੋਰਸਮੈਂਟ ਡਾਇਰੈਕਟੋਰੇਟ ਕੇਜਰੀਵਾਲ ਹੋਰਾਂ ਦੇ ਪਿੱਛੇ ਲੱਗੀ ਹੋਈ ਹੈ। ਉਹਨਾਂ ਨੂੰ ਗ੍ਰਿਫਤਾਰੀ ਦਾ ਧੜਕੂ ਸਤਾ ਰਿਹਾ ਹੈ। ਦੂਸਰੀ ਖਬਰ ਹੈ 26 जनवरी गणतंत्र दिवस ਤੇ जो दिल्ली ਦੇ ਵਿੱਚ ਪਰੇਡ ਹੁੰਦੀ ਹੈ ਉਸ ਵਿੱਚ ਵੱਖ-ਵੱਖ ਪ੍ਰਾਂਤਾਂ ਦੀਆਂ ਹੋਰ ਝਲਕੀਆਂ ਸ਼ਾਮਲ ਕੀਤੀਆਂ ਜਾਂਦੀਆਂ ਹਨ। तो ਪੰਜਾਬ ਸਰਕਾਰ ਨੂੰ ਸ਼ਿਕਾਇਤ ਹੈ ਕਿ ਉਹਨਾਂ ਦੀ ਝਾਕੀ ਨੂੰ ਦੂਜੀ ਵਾਰ ਸ਼ਾਮਲ ਨਾ ਕਰਕੇ ਸਾਡੇ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ। तो ਸਾਲ ਨਵਾਂ ਚੜ੍ਹਿਆ ਜੀ 1 ਜਨਵਰੀ ਨੂੰ ਔਰ ਦੇਸ਼ ਦੇ ਵਿੱਚ ਟਰੱਕ ਡਰਾਈਵਰਾਂ ਨੇ ਵੱਡੀ ਹੜਤਾਲ ਕੀਤੀ। 2 ਦਿਨਾਂ ਦੇ ਬਾਅਦ ਇਸ ਨੂੰ ਮੋੜਾ ਪੈ ਗਿਆ। ਇਸ ਬਾਰੇ ਵੀ ਚਰਚਾ ਕਰਾਂਗੇ। ਔਰ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਦੇ ਵਿੱਚ ਮੰਗਲਵਾਰ 2 ਜਨਵਰੀ ਵਾਲੇ ਦਿਨ ਸੰਯੁਕਤ ਕਿਸਾਨ ਮੋਰਚੇ ਅਤੇ ਉੱਤਰੀ ਭਾਰਤ ਦੀਆਂ ਕਿਸਾਨ ਜਥੇਬੰਦੀਆਂ ਦੀ ਇੱਕ ਮਹਾ ਰੈਲੀ ਹੋਈ ਅਗਲਾ ਪ੍ਰੋਗਰਾਮ ਵਿੱਢਣ ਵਾਸਤੇ। ਉਸ ਬਾਰੇ ਵੀ ਗੱਲ ਕਰਨੀ ਹੈ। ਔਰ ਕਾਂਗਰਸ ਦੇ ਪੰਜਾਬ ਦੇ ਸੀਨੀਅਰ ਆਗੂ ਸੁਖਪਾਲ ਖਹਿਰਾ ਹੋਰਾਂ ਨੂੰ ਹਾਈ ਕੋਰਟ ਤੋਂ ਜ਼ਮਾਨਤ ਮਿਲੀ, ਲੇਕਿਨ ਰਾਹਤ ਨਹੀਂ ਮਿਲ ਸਕੀ ਕਿਉਂਕਿ ਨਾਲ ਹੀ ਉਹਨਾਂ ਨੂੰ ਕਿਸੇ ਹੋਰ ਕੇਸ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ। ਸੋ ਜੀ ਸ਼ੁਰੂਆਤ ਕਰਦੇ ਹਾਂ ਕੇਜਰੀਵਾਲ ਹੋਰਾਂ ਦੀ ਖਬਰ ਤੋਂ। ਐਨਫੋਰਸਮੈਂਟ ਡਾਇਰੈਕਟੋਰੇਟ ਜੋ ਕਿ ਕੇਂਦਰੀ ਜਾਂਚ ਏਜੰਸੀ ਹੈ ਉਸ ਦੀ ਖਬਰ ਤੋਂ ਲੱਗਦਾ ਹੈ ਕਿ ਕੇਜਰੀਵਾਲ ਹੋਰਾਂ ਨੂੰ ਗ੍ਰਿਫਤਾਰੀ ਦਾ ਧੜਕੂ ਸਤਾ ਰਿਹਾ ਹੈ। ਔਰ ਉਹ ਆਖਦੇ ਹਨ ਕਿ ਕੇਂਦਰ ਸਰਕਾਰ ਵੱਲੋਂ ਆਪਣੀਆਂ ਏਜੰਸੀਆਂ ਦੀ ਕੁਵਰਤੋਂ ਕਰਕੇ ਉਹਨਾਂ ਨੂੰ ਆਉਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਲਾਂਭੇ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਸਲ ਦੇ ਵਿੱਚ ਦਿੱਲੀ ਦੀ ਐਕਸਾਈਜ਼ ਪਾਲਿਸੀ ਨੂੰ ਲੈ ਕੇ ਜੋ ਕਿ ਦਿੱਲੀ ਸ਼ਰਾਬ ਘੁਟਾਲਾ ਜਿਸ ਨੂੰ ਨਾਂ ਵੀ ਦਿੱਤਾ ਜਾਂਦਾ ਹੈ, ਇਸ 'ਤੇ ਅਮਲ ਤਾਂ ਨਹੀਂ ਹੋ ਸਕਿਆ, ਲੇਕਿਨ ਇਹ ਹੈ ਕਿ ਇਸ ਪਾਲਿਸੀ ਨੂੰ ਦਿੱਲੀ ਸਰਕਾਰ ਨੂੰ ਰੱਦ ਕਰਨਾ ਪਿਆ ਸੀ। तो उस बाबत जो है अरविंद केजरीवाल होਰਾਂ ਨੂੰ ਉਹਨਾਂ 'ਤੇ ਕਿਉਂਕਿ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਹਨ, 3 ਵਾਰ ਸੰਮਨ ਜਾ ਚੁੱਕੇ ਨੇ। ਤੀਸਰਾ ਸੰਮਨ ਥੋੜ੍ਹਾ ਅਰਸਾ ਪਹਿਲੋਂ ਸੀ, ਉਦੋਂ ਵਿਪਾਸਨਾ ਵਾਸਤੇ ਉਹ ਵਿਪਾਸਨਾ ਕੈਂਪ ਵਿੱਚ ਸ਼ਾਮਲ ਹੋਣ ਲਈ 10 ਦਿਨਾਂ ਵਾਸਤੇ ਹੁਸ਼ਿਆਰਪੁਰ ਆਏ ਹੋਏ ਸਨ। ਇਸ ਤੋਂ ਪਹਿਲੋਂ ਵੀ 2 ਸੰਮਨ ਉਹਨਾਂ ਨੂੰ ਮਿਲ ਜਾਰੀ ਹੋ ਚੁੱਕੇ ਹਨ ਉਹਨਾਂ ਦੇ ਨਾਂ 'ਤੇ, ਲੇਕਿਨ ਉਹਨਾਂ ਨੇ ਆਖਿਆ ਹੈ ਕੇਜਰੀਵਾਲ ਹੋਰਾਂ ਨੇ ਕਿ ਇਹ ਸੰਮਨ गैर कानूनी हैं। तो भारतीय जनता पार्टी का आखना है कि एनफोर्समेंट डायरैक्टोरेट कानून के मुताबिक काम कर रहा है और केजरीवाल होरी कानून तो उपर नहीं हैं। तो केजरीवाल होਰਾਂ ने आख्या है कि मेरे वकीलों का आखना है कि ये संमन गैर कानूनी हैं। एनफोर्समेंट डायरैक्टोरेट वो आखते हैं कि उन्होंने सवाल नहीं करना चाहती, उन्होंने गिरफ्तार करना चाहती है। उन्होंने दिल्ली विखे अपने निवास विखे प्रैस कॉन्फ्रेंस की और ਇਹੋ ਹੀ ਗੱਲ ਉਹਨਾਂ ਨੇ ਦੁਹਰਾਈ ਕਿ ਕੇਂਦਰ ਸਰਕਾਰ ਚਾਹੁੰਦੀ ਹੈ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਜਿਹੜੀਆਂ ਕਿ ਅਪ੍ਰੈਲ ਜਾਂ ਮਈ ਮਹੀਨੇ ਵਿੱਚ ਹੋ ਸਕਦੀਆਂ ਹਨ, ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇ, ਉਹਨਾਂ ਨੂੰ ਚੋਣ ਮੁਹਿੰਮ ਤੋਂ ਲਾਂਭੇ ਕਰ ਦਿੱਤਾ ਜਾਵੇ। ਔਰ ਵੀਰਵਾਰ ਵਾਲੇ ਦਿਨ ਅਜਿਹੀਆਂ ਅਫਵਾਹਾਂ ਦਾ ਬਾਜ਼ਾਰ ਗਰਮ ਰਿਹਾ ਕਿ ਸ਼ਾਇਦ ਉਹਨਾਂ ਦੀ ਗ੍ਰਿਫਤਾਰੀ ਹੋ ਸਕਦੀ ਹੈ। ਇਸ ਤੋਂ ਇੱਕ ਦਿਨ ਪਹਿਲਾਂ ਉਹਨਾਂ ਦੀ ਕੈਬਨਿਟ ਸਾਥਣ ਕੀ ਨਾਂ ਹੈ ਜੀ ਇਹਨਾਂ ਦਾ ਆਤਿਸ਼ੀ ਹੋਰਾਂ ਨੇ ਬੁੱਧਵਾਰ ਆਖਿਆ ਕਿ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ। ਔਰ ਵੀਰਵਾਰ ਵਾਲੇ ਦਿਨ ਉਹਨਾਂ ਦੇ ਘਰ ਦੇ ਬਾਹਰ ਭਾਰੀ ਪੁਲਿਸ ਦਾ ਪਹਿਰਾ ਵੇਖਣ ਨੂੰ ਮਿਲਿਆ। ਅਫਸਰਾਂ ਦੀ ਕਾਫੀ ਗਤੀਵਿਧੀ ਸੀ, ਲੇਕਿਨ ਅਜਿਹਾ ਹੋਇਆ ਨਹੀਂ। ਇਹ ਜਿਹੜੀ ਦਿੱਲੀ ਦੀ ਐਕਸਾਈਜ਼ ਪਾਲਿਸੀ ਹੈ ਜੀ, ਅਸਲ ਦੇ ਵਿੱਚ ਇਹ ਮਾਮਲਾ ਬੜਾ ਗੰਭੀਰ ਹੈ। ਇਹ ਜਿਹੜੀ ਐਕਸਾਈਜ਼ ਪਾਲਿਸੀ ਦਾ ਮਤਲਬ ਇਹ ਹੈ ਕਿ ਜੋ ਸ਼ਰਾਬ ਦੇ ਠੇਕੇ ਜਿਹੜੇ ਨੇ ਉਹਨਾਂ ਦੀ ਸਾਲਾਨਾ ਉਹਨਾਂ ਨੂੰ ਕਿਵੇਂ ਚਲਾਉਣਾ ਹੈ, ਉਸ ਦੇ ਨਾਲ ਇਸ ਦਾ ਸੰਬੰਧ ਹੈ ਕਿ ਕਿਸ ਨੂੰ ਠੇਕੇ ਦਿੱਤੇ ਜਾਣੇ ਹਨ, ਕਿਹਨਾਂ ਸ਼ਰਤਾਂ ਦੇ ਦਿੱਤੇ ਜਾਣੇ ਹਨ। ਤੋ ਇਸ ਐਕਸਾਈਜ਼ ਪਾਲਿਸੀ ਨੂੰ ਦਿੱਲੀ ਸਰਕਾਰ ਨੂੰ ਜਦੋਂ ਬੜਾ ਵੱਡਾ ਰੌਲਾ ਪਿਆ ਸੀ ਤਾਂ ਵਾਪਸ ਲੈਣਾ ਪਿਆ ਸੀ। और एनफोर्समेंट जो डायरैक्टोरेट है केंद्रीय जांच एजेंसी है उसका आखना है कि कुछ खास कारोबारियों को फायदा पहुँचाने वास्ते इस दे विच तरमीमां कीतियां गईयां। 300 तो ज़्यादा करोड़ रुपए की रकम का जो है फायदा पहुँचाने की कोशिश सी और 100 करोड़ रुपए की रकम जो है इस आम आदमी पार्टी ने रिश्वत वजों इस केस के विच हासिल की है।
तो ये भी ਜ਼ਿਕਰ ਕਰਨਾ ਬਣਦਾ ਹੈ ਕਿ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਕਈ ਮਹੀਨੇ ਹੋ ਗਏ ਉਹਨਾਂ ਨੂੰ ਜੇਲ੍ਹ ਦੇ ਵਿੱਚ, ਔਰ ਉਸ ਤੋਂ ਬਾਅਦ ਫਿਰ ਜੋ ਮੈਂਬਰ ਪਾਰਲੀਮੈਂਟ ਹੈ ਆਮ ਆਦਮੀ ਪਾਰਟੀ ਦੇ ਸੰਜੇ ਸਿੰਘ ਹੋਰੀ, ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਅਜੇ ਤੱਕ ਦੋਹਾਂ ਦੀਆਂ ਜ਼ਮਾਨਤਾਂ ਨਹੀਂ ਹੋ ਸਕੀਆਂ ਔਰ ਉਹ ਸਲਾਖਾਂ ਦੇ ਪਿੱਛੇ ਹਨ। तो केजरीवाल होरी आख रहे हैं कि 2 साल ਦੇ ਕਰੀਬ ਹੋ ਚੱਲੇ ਹਨ ਐਨਫੋਰਸਮੈਂਟ ਡਾਇਰੈਕਟੋਰੇਟ ਨੂੰ ਇਸ ਮਾਮਲੇ ਦੀ ਜਾਂਚ ਕਰਦਿਆਂ ਹੋਇਆਂ, ਲੇਕਿਨ ਅੱਜ ਤੱਕ ਉਹਨਾਂ ਨੂੰ ਇੱਕ ਵੀ ਸਬੂਤ, ਇੱਕ ਪੈਸੇ ਦਾ ਵੀ ਜਿਹੜਾ ਹੈ ਇਸ ਮਾਮਲੇ ਦੇ ਵਿੱਚ ਹਾਸਲ ਨਹੀਂ ਹੋਇਆ ਔਰ ਇਹ ਜਾਂਚ ਨਹੀਂ ਹੋ ਰਹੀ। ਇਹ ਸਿਰਫ ਔਰ ਸਿਰਫ ਕੇਂਦਰ ਦੀ ਗੁੰਡਾਗਰਦੀ ਹੈ। ਉਹ ਐਨਫੋਰਸਮੈਂਟ ਡਾਇਰੈਕਟੋਰੇਟ ਦੀ ਵਰਤੋਂ ਕਰ ਰਹੀ ਹੈ ਮੈਨੂੰ ਗ੍ਰਿਫਤਾਰ ਕਰਨ ਵਾਸਤੇ। ਅਤੇ ਭਾਰਤੀ ਜਨਤਾ ਪਾਰਟੀ ਦਾ ਇਸ ਬਾਬਤ ਇਹ ਆਖਣਾ ਹੈ ਕਿ ਜੇ ਕੇਜਰੀਵਾਲ ਹੋਰੀ ਆਖਦੇ ਹਨ ਕਿ ਬਈ ਕੋਈ ਦੋਸ਼ ਸਾਬਤ ਨਹੀਂ ਹੋ ਸਕਿਆ, ਜੇਕਰ ਉਹ ਇੰਨੇ ਹੀ ਜ਼ਿਆਦਾ ਦੁੱਧ ਧੋਤੇ ਹਨ ਤਾਂ ਫਿਰ ਅਦਾਲਤ ਤੋਂ ਉਹਨਾਂ ਨੂੰ ਕੋਈ ਰਾਹਤ ਕਿਉਂ ਨਹੀਂ ਮਿਲ ਰਹੀ ਹੈ ਜੀ। ਅਦਾਲਤ ਨੂੰ ਦਾਲ ਵਿੱਚ ਜੇ ਕੁਝ ਕਾਲਾ ਨਜ਼ਰ ਆ ਰਿਹਾ ਹੈ ਤਾਂ ਹੀ ਤਾਂ ਉਹਨਾਂ ਦੇ ਆਗੂਆਂ ਦੀਆਂ ਜ਼ਮਾਨਤਾਂ ਨਹੀਂ ਹੋ ਰਹੀਆਂ। 26 ਜਨਵਰੀ ਵਾਲੇ ਦਿਨ ਜੀ ਦੇਸ਼ ਦਾ ਗਣਤੰਤਰ ਦਿਵਸ ਮਨਾਇਆ ਜਾਂਦਾ ਹੈ, ਦੇਸ਼ ਦੁਨੀਆ ਦੇ ਵਿੱਚ ਮਨਾਇਆ ਜਾਂਦਾ ਹੈ। ਮੁੱਖ ਪਰੇਡ ਜਿਹੜੀ ਹੈ ਉਹ ਦਿੱਲੀ ਦੇ ਵਿੱਚ ਹੁੰਦੀ ਹੈ, ਰਾਸ਼ਟਰੀ ਪਰੇਡ, ਔਰ ਰਾਸ਼ਟਰਪਤੀ ਜੋ ਨੇ ਮਾਨਯੋਗ ਰਾਸ਼ਟਰਪਤੀ ਇਸ ਪਰੇਡ ਤੋਂ ਸਲਾਮੀ ਲੈਂਦੇ ਹਨ। ਇਸ ਪਰੇਡ ਦੇ ਵਿੱਚ ਵੱਖ-ਵੱਖ ਪ੍ਰਾਂਤਾਂ ਦੀਆਂ ਝਾਕੀਆਂ, ਸੱਭਿਆਚਾਰਕ ਝਾਕੀਆਂ ਸ਼ਾਮਲ ਕੀਤੀਆਂ ਜਾਂਦੀਆਂ ਹਨ। ਵੱਖ-ਵੱਖ ਮਹਿਕਮਿਆਂ ਦੀਆਂ, ਵੱਖ-ਵੱਖ ਅਦਾਰਿਆਂ ਦੀਆਂ ਜੋ ਝਾਕੀਆਂ ਸ਼ਾਮਲ ਕੀਤੀਆਂ ਜਾਂਦੀਆਂ ਹਨ। ਬੜਾ ਹਸੀਨ ਨਜ਼ਾਰਾ ਹੁੰਦਾ ਹੈ, ਭਾਂਤ-ਭਾਂਤ ਦਾ ਸੱਭਿਆਚਾਰ ਵੇਖਣ ਨੂੰ ਮਿਲਦਾ ਹੈ। ਦੇਸ਼ ਕਿੰਨਾ ਲੀਹਾਂ 'ਤੇ ਅੱਗੇ ਵੱਧ ਰਿਹਾ ਹੈ, ਤਰੱਕੀ ਕਰ ਰਿਹਾ ਹੈ, ਸਾਰਾ ਕੁਝ ਵੇਖਣ ਨੂੰ ਮਿਲਦਾ ਹੈ। ਲੇਕਿਨ ਇਸ ਵਾਰ ਦੀਆਂ ਜੋ ਝਾਕੀਆਂ ਨੇ ਉਸ ਨੂੰ ਲੈ ਕੇ ਕੇਂਦਰ ਸਰਕਾਰ ਔਰ ਪੰਜਾਬ ਸਰਕਾਰ ਦੇ ਦਰਮਿਆਨ ਇੱਕ ਵਿਵਾਦ ਜਿਹਾ ਚੱਲ ਰਿਹਾ ਹੈ। ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਆਖਣਾ ਹੈ ਕਿ ਉਹਨਾਂ ਦੇ ਨਾਲ ਦੂਸਰੀ ਵਾਰ ਵਿਤਕਰਾ ਕੀਤਾ ਗਿਆ ਹੈ। ਪਿਛਲੀ ਵਾਰ ਵੀ ਸਾਡੀ ਝਾਕੀ ਨੂੰ ਸ਼ਾਮਲ ਨਹੀਂ ਕੀਤਾ ਗਿਆ, ਇਸ ਵਾਰ ਵੀ ਅਜਿਹਾ ਕੀਤਾ ਜਾ ਰਿਹਾ ਹੈ। ਤਾਂ ਦੋਹੇਂ ਪਾਰਟੀਆਂ ਇਸ ਮੁੱਦੇ ਨੂੰ ਲੈ ਕੇ ਆਮੋ ਸਾਹਮਣੇ ਹਨ। ਤੋ ਜਦੋਂ ਇਸ ਵਾਰ ਇਤਰਾਜ਼ ਕੀਤਾ, ਆਪਣੀ ਗੱਲ ਆਪਣੀ ਸਾਹਮਣੇ ਰੱਖੀ ਲੋਕਾਂ ਦੇ ਸਾਹਮਣੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ, ਤੋ ਉਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੇ ਜੋ ਪੰਜਾਬ ਕਾਂਗਰਸ ਪੰਜਾਬ ਇਕਾਈ ਦੇ ਪ੍ਰਧਾਨ ਹਨ ਸੁਨੀਲ ਜਾਖੜ ਹੋਰੀ, ਉਹਨਾਂ ਨੇ ਵੀ ਆਖਿਆ ਕਿ ਬਈ ਹਾਂ ਇਹ ਦੁੱਖ ਦੀ ਗੱਲ ਹੈ, ਅਫਸੋਸ ਦੀ ਗੱਲ ਹੈ ਕਿ ਪੰਜਾਬ ਦੀ ਝਾਕੀ ਨੂੰ ਸ਼ਾਮਲ ਨਹੀਂ ਕੀਤਾ ਗਿਆ। ਲੇਕਿਨ ਫਿਰ ਛੇਤੀ ਉਹਨਾਂ ਨੇ ਆਪਣਾ ਬਿਆਨ ਬਦਲ ਲਿਆ ਔਰ ਉਹਨਾਂ ਨੇ ਫਿਰ ਆਖਿਆ ਕਿ 28 ਦਸੰਬਰ ਵਾਲੇ ਦਿਨ ਬਿਆਨ ਬਦਲਦਿਆਂ ਉਹਨਾਂ ਨੇ ਆਖਿਆ ਕਿ ਪੰਜਾਬ ਦੀ ਝਾਕੀ ਦੇ ਵਿੱਚ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਹੋਰਾਂ ਨੂੰ ਨਾਲ ਵਿਖਾਇਆ ਗਿਆ ਸੀ, ਦਰਸਾਇਆ ਗਿਆ ਸੀ, ਜੋ ਕਿ ਕਾਇਦੇ ਦੀ ਉਲੰਘਣਾ ਹੈ, ਪ੍ਰੋਟੋਕੋਲ ਦੇ ਮੁਤਾਬਕ ਨਹੀਂ ਹੈ। ਇਸ ਪਿੱਛੇ ਪੰਜਾਬ ਦੀ ਝਾਕੀ ਨੂੰ ਸ਼ਾਮਲ ਨਹੀਂ ਕੀਤਾ ਗਿਆ। ਤਾਂ ਇਸ ਦੇ ਉੱਪਰ ਭਗਵੰਤ ਮਾਨ ਹੋਰਾਂ ਦਾ ਬੜਾ ਤਿੱਖਾ ਪ੍ਰਤੀਕਰਮ ਆਇਆ ਔਰ ਉਹਨਾਂ ਨੇ ਆਖਿਆ ਕਿ ਇਹ ਸਰਾਸਰ ਗਲਤ ਹੈ ਔਰ ਜਾਖੜ ਹੋਰੀ ਬਿਲਕੁਲ ਝੂਠ ਬੋਲ ਰਹੇ ਹਨ। ਉਹਨਾਂ ਆਖਿਆ ਕਿ ਜੇਕਰ ਉਹਨਾਂ ਦੀ ਗੱਲ ਕਿਤੇ ਸਹੀ ਸਾਬਤ ਹੋ ਜਾਂਦੀ ਹੈ, ਇਲਜ਼ਾਮ ਸਹੀ ਸਾਬਤ ਹੋ ਜਾਂਦਾ ਹੈ, ਤਾਂ ਉਹ ਸਿਆਸਤ ਛੱਡਣ ਲਈ ਤਿਆਰ ਹਨ। ਹੁਣ ਇਸ ਮੁੱਦੇ 'ਤੇ ਜੀ ਮੈਂ ਜਨਵਰੀ 4 ਦੇ ਇੰਡੀਅਨ ਐਕਸਪ੍ਰੈਸ ਦੇ ਇੱਕ ਉਹਨਾਂ ਦੇ ਪੱਤਰਕਾਰ ਜਿਹੜੇ ਨੇ ਮਨਮੋਹਨ ਸਿੰਘ ਚੀਨਾ ਹੋਰਾਂ ਦਾ ਲੇਖ ਪੜ੍ਹਿਆ ਸੀ, ਉਹਨਾਂ ਦੀ ਰਿਪੋਰਟ ਪੜ੍ਹਿਆ ਸੀ। ਤਾਂ ਉਹ ਦੱਸਦੇ ਹਨ ਕਿ ਕਿਉਂਕਿ ਇਹ ਸਾਰਾ ਜਿਹੜਾ ਹੈ ਝਾਕੀਆਂ ਦਾ ਜ਼ਿੰਮਾ ਹੈ ਰੱਖਿਆ ਮੰਤਰਾਲੇ ਦੇ ਕੋਲ ਆਉਂਦਾ ਹੈ, ਤਾਂ ਉਹਨਾਂ ਆਖਿਆ ਕਿ ਰੱਖਿਆ ਮੰਤਰਾਲੇ ਵੱਲੋਂ ਜਿਹੜੀ ਝਾਕੀਆਂ ਨੂੰ ਲੈ ਕੇ ਜਿਹੜੇ ਡਿਜ਼ਾਈਨ ਆਨਲਾਈਨ ਜਨਤਕ ਕੀਤੇ ਗਏ ਹਨ, ਰਿਲੀਜ਼ ਕੀਤੇ ਗਏ ਹਨ, ਉਸ ਦੇ ਵਿੱਚ ਜਿਹੜੀ ਪੰਜਾਬ ਦੀ ਝਾਕੀ ਹੈ ਉਸ ਦੇ ਵਿੱਚ ਕਿਸੇ ਵੀ ਥਾਂ 'ਤੇ ਕੇਜਰੀਵਾਲ ਹੋਰੀ, ਭਗਵੰਤ ਮਾਨ ਹੋਰੀ ਨਜ਼ਰ ਨਹੀਂ ਆਉਂਦੇ। ਇਹ ਜਿਹੜਾ ਹੈ ਇਹਨੂੰ ਆਨਲਾਈਨ ਕੀਤਾ ਜਾਂਦਾ ਹੈ ਡਿਪਾਰਟਮੈਂਟ ਵੱਲੋਂ 18 ਤੋਂ ਲੈ ਕੇ 26 ਦਸੰਬਰ ਤੱਕ ਕੀਤਾ ਗਿਆ ਸੀ, ਤਾਂ ਕਿ ਇਸ ਕੇਂਦਰ ਸਰਕਾਰ ਦੀ ਇੱਕ ਜਨ ਭਾਗੀਦਾਰੀ ਦੀ ਨੀਤੀ ਹੈ, ਤਾਂ ਕਿ ਇਹਨਾਂ ਡਿਜ਼ਾਈਨਸ ਦੇ ਉੱਪਰ ਜਿਹੜੇ ਝਾਕੀਆਂ ਸ਼ਾਮਲ ਕੀਤੀ ਜਾਣੀਆਂ ਹਨ, ਲੋਕਾਂ ਦੀ ਵੀ ਰਾਏ ਲਿੱਤੀ ਜਾ ਸਕੇ, ਉਹਨਾਂ ਨੂੰ ਵੀ ਇਸ ਫੈਸਲੇ ਦੇ ਵਿੱਚ ਸ਼ੁਮਾਰ ਕੀਤਾ ਜਾ ਸਕੇ ਤਾਂ ਕਿ ਬਿਹਤਰ ਫੈਸਲੇ ਹੋ ਸਕਣ। ਤਾਂ ਇਹ ਪੱਤਰਕਾਰ ਜਿਹੜੇ ਛੀਨਾ ਹੋਰੀ ਉਹਨਾਂ ਦਾ ਆਖਣਾ ਹੈ ਕਿ ਇਹ ਆਨਲਾਈਨ ਤਾਂ ਕੀਤਾ ਗਿਆ, ਹੁਣ ਵੀ ਜਿਹੜਾ ਸੀ ਜਦੋਂ ਰਿਪੋਰਟ ਛਾਪ ਰਹੇ ਨੇ ਤਾਂ ਇਹ ਅਵੇਲੇਬਲ ਹੈ ਨੇ ਆਨਲਾਈਨ, ਤੁਸੀਂ ਦੇਖ ਸਕਦੇ ਹੋ। ਤਾਂ ਉਹਦੇ ਵਿੱਚ ਇਹ ਦੋਹਾਂ ਆਗੂਆਂ ਦੀਆਂ ਤਸਵੀਰਾਂ ਨਹੀਂ ਹਨ। ਔਰ ਪੰਜਾਬ ਦੀਆਂ ਜਿਹੜੇ ਕਲਾਕਿਰਤਾਂ ਨੇ, 7 ਕਲਾਕਿਰਤਾਂ ਜਿਹੜੀਆਂ ਕੇਂਦਰ ਨੂੰ ਸੌਂਪੀਆਂ ਗਈਆਂ ਝਾਕੀਆਂ ਦੀਆਂ ਸ਼ਾਮਲ ਕਰਨ ਵਾਸਤੇ, ਉਹਦੇ ਵਿੱਚ ਲੋਕ ਨਾਚ ਭੰਗੜਾ ਹੈ ਜੀ, ਫੁਲਕਾਰੀ ਸਿਉਂਦੀ ਮੁਟਿਆਰ ਹੈ, ਲੰਗਰ ਪਰੰਪਰਾ ਹੈ, ਮਾਈ ਭਾਗੋ ਦੀ ਮੂਰਤ ਹੈ, ਮਾਈ ਭਾਗੋ ਆਰਮਡ ਫੋਰਸਿਸ ਪ੍ਰੈਪਰੇਟਰੀ ਇੰਸਟੀਚਿਊਟ ਫਾਰ ਗਰਲਸ ਜੋ ਹੈ ਉਸ ਨੂੰ ਦਰਸਾਇਆ ਗਿਆ ਹੈ। ਜੰਗਜੂ ਮੁਟਿਆਰਾਂ ਹਨ ਅਤੇ ਜੰਗੇ ਆਜ਼ਾਦੀ ਨਾਲ ਸੰਬੰਧਿਤ
ਝਾਕੀ ਦੀ ਜੋ ਕਲਾਕਿਰਤ ਹੈ ਉਸ ਦੇ ਵਿੱਚ ਭਗਤ ਸਿੰਘ, ਰਾਜਗੁਰੂ, ਸੁਖਦੇਵ, ਲਾਲਾ ਲਾਜਪਤ ਰਾਏ, ਕਰਤਾਰ ਸਿੰਘ ਸਰਾਭਾ ਤੇ ਜਲਿਆਂਵਾਲਾ ਬਾਗ ਨੂੰ ਦਰਸਾਇਆ ਗਿਆ ਹੈ। ਔਰ ਇਸੇ ਤਰ੍ਹਾਂ ਹੀ ਇਸ ਜਿਹੜੀ ਹੈ ਆਨਲਾਈਨ ਜਿਹੜੀ ਵੈਬਸਾਈਟ ਹੈ ਰੱਖਿਆ ਮੰਤਰਾਲੇ ਦੀ, ਉਸ ਦੇ ਵਿੱਚ ਜੋ ਦਿੱਲੀ ਸਰਕਾਰ ਵੱਲੋਂ ਕਲਾਕਿਰਤਾਂ ਜੋ ਡਿਜ਼ਾਈਨ ਜਮ੍ਹਾਂ ਕਰਵਾਏ ਗਏ ਸੀ, ਉਸ ਦੇ ਵਿੱਚ ਉੱਥੋਂ ਦੀ ਸਰਕਾਰ ਦੀ ਜੋ ਉਹਨਾਂ ਨੇ ਆਪਣੇ ਕੰਮਕਾਜ ਨੂੰ ਦਿਖਾਇਆ ਹੈ, ਮੁਹੱਲਾ ਕਲੀਨਿਕਾਂ ਨੂੰ ਦਿਖਾਇਆ ਹੈ ਅਤੇ ਸਕੂਲਾਂ ਦੇ ਨਾਲ ਸੰਬੰਧਿਤ ਵੱਖ-ਵੱਖ ਕਲਾਕਿਰਤਾਂ ਨੂੰ ਵਿਖਾਇਆ ਗਿਆ ਹੈ। ਤਾਂ ਇਹ ਝਾਕੀ ਵੀ ਜੋ ਹੈ ਰੱਦ ਕਰ ਦਿੱਤੀ ਗਈ ਸੀ। ਨਵਾਂ ਸਾਲ ਚੜ੍ਹਦੇ ਆਏ ਜੀ, ਜੋ ਪੰਜਾਬ ਦੇ ਵਿੱਚ ਔਰ ਦੇਸ਼ ਦੇ ਹੋਰਨਾਂ ਹਿੱਸਿਆਂ ਦੇ ਵਿੱਚ ਸੜਕਾਂ 'ਤੇ ਨਜ਼ਾਰਾ ਵੇਖਣ ਵਾਲਾ ਸੀ, ਖਾਸ ਤੌਰ 'ਤੇ ਪੈਟਰੋਲ ਪੰਪਸ ਦੇ ਉੱਪਰ ਨਜ਼ਾਰਾ ਦੇਖਣ ਵਾਲਾ ਸੀ, ਕਿਉਂਕਿ ਇੱਕਦਮ ਨਵਾਂ ਸਾਲ ਚੜ੍ਹਦਿਆਂ ਹੀ 1 ਜਨਵਰੀ ਨੂੰ ਦੇਸ਼ ਦੇ ਵਿੱਚ ਟਰੱਕ ਡਰਾਈਵਰਾਂ ਨੇ ਇੱਕਦਮ ਅਚਾਨਕ ਹੜਤਾਲ ਕਰ ਦਿੱਤੀ ਔਰ ਸਮੁੱਚੇ ਖਾਸ ਤੌਰ 'ਤੇ ਨਾਰਥ ਇੰਡੀਆ ਦੀਆਂ ਵੱਖ-ਵੱਖ ਸਟੇਟਾਂ ਦੇ ਵਿੱਚ ਇਸ ਦਾ ਬਹੁਤ ਜ਼ਿਆਦਾ ਅਸਰ ਵੇਖਣ ਨੂੰ ਮਿਲਿਆ। ਹੜਤਾਲ ਤਾਂ ਸਾਰੇ ਦੇਸ਼ ਦੇ ਵਿੱਚ ਸੀ, ਪੰਜਾਬ, ਮੱਧ ਪ੍ਰਦੇਸ਼, ਮਹਾਰਾਸ਼ਟਰ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ, ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ਵਿੱਚ ਇਸ ਦਾ ਜ਼ਿਆਦਾ ਅਸਰ ਵੇਖਣ ਨੂੰ ਮਿਲਿਆ, ਕਿਉਂਕਿ ਟਰੱਕ ਡਰਾਈਵਰਾਂ ਦੀ ਹੜਤਾਲ ਸੀ। ਉੱਧਰੋਂ ਹੋਇਆ ਇਹ ਕਿ ਫਿਰ ਪੈਟਰੋਲ, ਲੋਕਾਂ ਨੂੰ ਫਿਕਰ ਇਹ ਪੈ ਗਿਆ ਕਿ ਰੋਜ਼ ਪੈਟਰੋਲ ਪੰਪਾਂ 'ਤੇ ਟੈਂਕਰਸ ਨੇ ਆਉਣਾ ਹੁੰਦਾ ਹੈ, ਉੱਥੇ ਉਹਨਾਂ ਦੇ ਜਿਹੜੇ ਸਟੋਰਸ ਨੇ ਉਹ ਭਰੇ ਜਾਂਦੇ ਨੇ। ਤਾਂ ਇਹ ਪੈਦਾ ਹੋ ਗਿਆ ਕਿ ਜੇ 3 ਦਿਨ ਹੜਤਾਲ ਰਹਿੰਦੀ ਹੈ ਟਰੱਕ ਡਰਾਈਵਰਸ ਔਰ ਟੈਂਕਰਸ ਵਾਲਿਆਂ ਦੀ, ਤਾਂ ਇਹ ਤਾਂ ਸਾਨੂੰ ਅੱਗੋਂ ਡੀਜ਼ਲ ਪੈਟਰੋਲ ਨਹੀਂ ਮਿਲਣਾ। ਤਾਂ ਉਸ ਦਾ ਅਸਰ ਜਿਹੜਾ ਸੀ ਡਾਇਰੈਕਟਲੀ ਉਹ ਜਾ ਕੇ ਸਿੱਧਾ ਪੈਟਰੋਲ ਪੰਪਸ ਦੇ ਉੱਪਰ ਪਿਆ। ਲੰਮੀਆਂ ਲਾਈਨਾਂ ਵੇਖਣ ਨੂੰ ਮਿਲੀਆਂ। ਅਕਸਰ ਕੋਈ ਥੋੜ੍ਹਾ ਬਹੁਤ ਕਾਇਦਾ ਹੁੰਦਾ ਹੈ ਪੈਟਰੋਲ ਜਾਂ ਡੀਜ਼ਲ ਭਰਵਾਉਣਾ ਹੈ, ਕੋਈ ਇੱਧਰੋਂ ਆ ਰਿਹਾ, ਕੋਈ ਉੱਧਰੋਂ ਆ ਰਿਹਾ। ਮੈਂ ਵੀ ਦਿੱਲੀ ਤੋਂ ਵਾਪਸ ਸਫ਼ਰ ਕਰ ਰਿਹਾ ਸੀ ਅਤੇ ਕਈ ਥਾਵਾਂ 'ਤੇ ਇਹ ਵੀ ਹੋਇਆ ਕਿ ਉਹ ਲਾਈਨਾਂ ਇੰਨੀਆਂ ਲੰਬੀਆਂ ਹੋ ਗਈਆਂ ਕਿ ਸੜਕ ਦੇ ਉੱਪਰ ਵੀ ਆਵਾਜਾਈ 'ਤੇ ਜੋ ਹੈ ਉਸ ਦਾ ਬੜਾ ਮਾੜਾ ਅਸਰ ਵੇਖਣ ਨੂੰ ਮਿਲਿਆ। ਕਈ ਥਾਵਾਂ 'ਤੇ ਪੈਟਰੋਲ ਪੰਪ ਖਾਲੀ ਵੀ ਹੋ ਗਏ ਔਰ ਕੁਝ 1-2 ਥਾਵਾਂ 'ਤੇ ਸਰਕਾਰ ਨੇ, ਜਿਵੇਂ ਚੰਡੀਗੜ੍ਹ ਹੈ, ਪ੍ਰਸ਼ਾਸਨ ਵੱਲੋਂ ਇਹ ਹੁਕਮ ਕੀਤਾ ਗਿਆ, ਰੈਸ਼ਨਿੰਗ ਕਰ ਦਿੱਤੀ ਗਈ ਕਿ ਇੱਕ ਸ਼ਖਸ ਨੂੰ ਜੇ ਉਹ ਕੋਲ 2 ਵੀਲਰ ਹੈ ਜਾਂ ਕਾਰ ਹੈ ਅਤੇ ਕਿੰਨਾ ਪੈਟਰੋਲ ਜਾਂ ਡੀਜ਼ਲ ਪਵਾਉਣਾ ਹੈ। ਔਰ ਇਹ ਵੀ ਹੋਇਆ ਕਿ ਮਹਾਰਾਸ਼ਟਰ, ਰਾਜਸਥਾਨ, ਬਿਹਾਰ, ਆਪਣਾ ਵਰਗੇ ਥਾਵਾਂ 'ਤੇ ਜੋ ਹੈ ਹਿੰਸਾ ਔਰ ਪਥਰਾਅ ਔਰ ਅਗਜ਼ਨੀ ਦੀਆਂ ਵਾਰਦਾਤਾਂ ਵੀ ਹੋਈਆਂ। ਅਸਲ ਦੇ ਵਿੱਚ ਇਹਦਾ ਜੋ ਕਾਰਨ ਹੈ ਡਰਾਈਵਰਸ ਦੀ ਜੋ ਹੜਤਾਲ ਸੀ, ਉਸ ਪਿੱਛੇ ਕਾਰਨ ਇਹ ਹੈ ਕਿ ਜੋ ਭਾਰਤੀ ਕਾਨੂੰਨ ਵਿਧਾਨ ਹੈ, ਦੰਡ ਵਿਧਾਨ ਹੈ, ਉਸ ਨੂੰ ਇਸ ਮੌਜੂਦਾ ਸਰਕਾਰ ਨੇ ਨਵੇਂ ਸਿਰਿਓਂ ਤਰਤੀਬ ਦਿੱਤਾ ਹੈ। ਉਹ ਬ੍ਰਿਟਿਸ਼ ਕਾਲ ਦੇ ਜੋ ਕਾਨੂੰਨ ਸਨ, ਜਿਨ੍ਹਾਂ ਨੂੰ ਅਸੀਂ ਇੰਡੀਅਨ ਪੈਨਲ ਕੋਡ, ਕ੍ਰਿਮੀਨਲ ਪ੍ਰੋਸੀਜਰ ਕੋਡ ਜਾਂ ਐਵੀਡੈਂਸ ਐਕਟ ਆਖਦੇ ਹਾਂ, ਤਾਂ ਉਸ ਵਿੱਚ ਤਬਦੀਲੀ ਕੀਤੀ ਗਈ ਹੈ। ਇਹਨਾਂ ਨੂੰ ਨਵੇਂ ਨਾਂ ਦਿੱਤੇ ਗਏ ਹਨ। ਜਿਸ ਤਰ੍ਹਾਂ ਇੰਡੀਅਨ ਪੈਨਲ ਕੋਡ ਹੈ ਤਾਂ ਇਸ ਨੂੰ ਭਾਰਤੀ ਨਿਆਇ ਸੰਹਿਤਾ ਦਾ ਨਾਂ ਦਿੱਤਾ ਗਿਆ ਹੈ। ਤਾਂ ਇਸ ਦੇ ਵਿੱਚ ਵੀ, ਪੈਨਲ ਕੋਡ ਦੇ ਵਿੱਚ ਵੀ, ਨਿਆਇ ਸੰਹਿਤਾ ਦੇ ਵਿੱਚ ਜੋ ਨਵਾਂ ਇਸ ਨੂੰ ਤਰਤੀਬ ਦਿੱਤਾ ਗਿਆ ਹੈ, ਉਸ ਦੇ ਵਿੱਚ ਇਹ ਕਾਨੂੰਨ ਆ ਗਿਆ ਜੀ ਕਿ ਜਿਹੜਾ ਸੜਕ ਦੇ ਉੱਪਰ ਕੋਈ ਹਾਦਸਾ ਹੁੰਦਾ ਹੈ, ਖਾਸ ਤੌਰ 'ਤੇ ਹਿੱਟ ਐਂਡ ਰਨ ਦੇ ਮਾਮਲੇ ਹਨ ਕਿ ਹਾਦਸਾ ਹੋਇਆ ਤਾਂ ਟਰੱਕ ਡਰਾਈਵਰ ਜਾਂ ਟੈਂਕਰ ਡਰਾਈਵਰ ਜਾਂ ਕੋਈ ਹੋਰ ਇਹਨੂੰ ਉੱਥੋਂ ਮੌਕੇ ਤੋਂ ਭਜਾ ਕੇ ਲੈ ਗਿਆ, ਤਾਂ ਉਸ ਵਿੱਚ ਹੁਣ ਇਸ ਦੀ ਸਜ਼ਾ 10 ਸਾਲ ਕਰ ਦਿੱਤੀ ਗਈ ਹੈ ਔਰ 7 ਲੱਖ ਰੁਪਏ ਦਾ ਜੁਰਮਾਨਾ ਹੋ ਸਕਦਾ ਹੈ। ਤਾਂ ਇਸ ਕਾਰਨ ਜਿਹੜੇ ਹੈ ਟਰੱਕ ਡਰਾਈਵਰ ਉਹ ਭੜਕ ਉੱਠੇ, ਉਹਨਾਂ ਨੇ ਤਿੱਖਾ ਵਿਰੋਧ ਕੀਤਾ, ਇੱਕਦਮ ਹੜਤਾਲ ਕਰ ਦਿੱਤੀ। ਤਾਂ ਡਰਾਈਵਰਾਂ ਦਾ ਆਖਣਾ ਇਹ ਹੈ ਕਿ ਸਾਡੇ ਨਾਲ ਜੋ ਕਾਨੂੰਨ ਬਹੁਤ ਸਖਤ ਹੈ, ਸਾਡੇ ਨਾਲ ਨਾਜਾਇਜ਼ ਕੀਤੀ ਜਾ ਰਹੀ ਹੈ ਔਰ ਉਹ ਆਖਦੇ ਹਨ ਕਿ ਮੌਕੇ 'ਤੇ ਭੱਜਣਾ ਉਹਨਾਂ ਦੀ ਮਜਬੂਰੀ ਹੈ। ਜੇ ਉਹ ਮੌਕੇ ਤੋਂ ਨਹੀਂ ਭੱਜਦੇ ਤਾਂ ਭੀੜ ਉਹਨਾਂ ਨੂੰ ਮਾਰ ਸਕਦੀ ਹੈ, ਅਤੇ ਜੇ ਉਹ ਭੱਜਦੇ ਹਨ ਅਤੇ ਹੁਣ ਕਾਨੂੰਨ ਨੇ ਉਸ ਨੂੰ ਨਹੀਂ ਛੱਡਣਾ ਹੈ। ਅਤੇ ਉਹ ਕੜਿੱਕੀ ਦੇ ਵਿੱਚ ਫਸੇ ਹੋਏ ਸਨ। ਤਾਂ ਇਸ ਦੌਰਾਨ ਜਿਹੜਾ ਹੈ ਕੇਂਦਰੀ ਗ੍ਰਹਿ ਸਕੱਤਰ ਜਿਹੜੇ ਹਨ ਭਾਰਤ ਸਰਕਾਰ ਦੇ, ਅਜੇ ਭੱਲਾ ਹੋਰੀ, ਉਹਨਾਂ ਨੇ ਮੰਗਲਵਾਰ ਵਾਲੇ ਦਿਨ ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ ਦੇ ਨੁਮਾਇੰਦਿਆਂ ਦੇ ਨਾਲ ਮੀਟਿੰਗ ਕੀਤੀ ਔਰ ਮੀਟਿੰਗ ਦੱਸਦੇ ਹਨ, ਭੱਲਾ ਸਾਹਿਬ ਨੇ ਆਖਿਆ ਕਿ ਬੜੇ ਉਸਾਰੂ ਮਾਹੌਲ ਦੇ ਵਿੱਚ ਹੋਈ ਹੈ। ਉਹਨਾਂ ਆਖਿਆ ਹੈ ਕਿ ਅਗਲੀ ਮੀਟਿੰਗ ਤੱਕ ਇਸ ਕਾਨੂੰਨ ਦੇ ਉੱਪਰ ਅਮਲ ਨਹੀਂ ਕੀਤਾ ਜਾਏਗਾ ਔਰ ਉਹਨਾਂ ਇਹ ਵੀ ਗੱਲ ਆਖੀ ਕਿ ਹੋਰ ਅਹਿਮ ਗੱਲ ਇਹ ਵੀ ਆਖੀ ਕਿ ਜੇਕਰ ਡਰਾਈਵਰ ਕੋਈ ਹਾਦਸਾ ਵਾਪਰਦਾ ਹੈ, ਇਸ ਬਾਬਤ ਪੁਲਿਸ ਨੂੰ ਸੂਚਨਾ ਦਿੰਦਾ ਹੈ ਜਾਂ ਜ਼ਖਮੀ ਵਿਅਕਤੀ ਨੂੰ ਹਸਪਤਾਲ ਤੱਕ ਪਹੁੰਚਾਉਂਦਾ ਹੈ ਤਾਂ ਉਸ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾਏਗੀ। ਮੋਟਰ ਟਰਾਂਸਪੋਰਟ ਕਾਂਗਰਸ ਦੇ ਜਿਹੜੇ ਪ੍ਰਧਾਨ ਹਨ ਚਰਨ ਸਿੰਘ ਲੋਹਾਰਾ ਹੋਰੀ, ਉਹਨਾਂ ਨੇ ਮੰਗਲਵਾਰ ਇਹੋ ਹੀ ਗੱਲ ਆਖੀ ਕਿ ਮੀਟਿੰਗ ਵਧੀਆ ਅਤੇ ਉਸਾਰੂ ਮਾਹੌਲ ਦੇ ਵਿੱਚ ਹੋਈ ਹੈ ਔਰ ਇਸ ਭਰੋਸੇ ਤੋਂ ਬਾਅਦ ਕਿ ਸਲਾਹ ਮਸ਼ਵਰਾ ਕਰਕੇ ਹੀ ਸੰਬੰਧਿਤ ਧਿਰਾਂ ਦੇ ਨਾਲ, ਟਰੱਕ ਯੂਨੀਅਨਸ ਦੇ ਨਾਲ ਅਤੇ ਉਹਨਾਂ ਲੋਕਾਂ ਦੇ ਨਾਲ ਇਸ ਕਾਨੂੰਨ ਨੂੰ ਲਾਗੂ ਕੀਤਾ ਜਾਏਗਾ ਔਰ
ਨਾਲ ਉਹਨੇ ਇਹ ਵੀ ਆਖਿਆ ਕਿ ਜਿਹੜਾ ਇਸ ਹੜਤਾਲ ਦਾ ਸੱਦਾ ਸੀ ਸਾਡੇ ਵੱਲੋਂ ਨਹੀਂ ਸੀ ਦਿੱਤਾ ਗਿਆ। ਹਾਂ, ਅਸੀਂ ਟਰੱਕ ਡਰਾਈਵਰਸ ਜਿਹੜੇ ਗੱਲ ਆਖ ਰਹੇ ਹਨ, ਜੋ ਸ਼ੁਬੇ ਸ਼ੰਸ਼ੇ ਉਹਨਾਂ ਦੇ ਮਨ ਵਿੱਚ ਹਨ, ਅਸੀਂ ਉਹਨਾਂ ਦੇ ਨਾਲ ਖੜੇ ਹਾਂ। ਤੋ ਇਸ ਭਰੋਸੇ ਤੋਂ ਬਾਅਦ ਜੋ ਹੈ ਇਹ ਹੜਤਾਲ ਮੰਗਲਵਾਰ ਰਾਤ ਨੂੰ ਹੀ ਅਨਾਉਂਸ ਹੋ ਗਿਆ ਦੂਜੇ ਦਿਨ, ਤੇ ਇਹ ਹੜਤਾਲ ਵਾਪਸ ਲੈ ਲਈ ਗਈ ਸੀ ਔਰ ਬੁੱਧਵਾਰ ਜੋ ਹੈ ਹਾਲਾਤ ਆਮ ਵਰਗੇ ਨਜ਼ਰ ਆਉਣੇ ਸ਼ੁਰੂ ਹੋ ਗਏ ਸਨ। ਇਸ ਸਰਦੀ ਰੁੱਤ ਦੀ ਅੱਤ ਦੀ ਠੰਡ ਦੇ ਵਿੱਚ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਵਿਖੇ ਜੀ 2 ਜਨਵਰੀ ਵਾਲੇ ਦਿਨ, ਮੰਗਲਵਾਰ ਵਾਲੇ ਦਿਨ 18 ਉੱਤਰੀ ਭਾਰਤ ਦੀਆਂ ਕਿਸਾਨ ਜਥੇਬੰਦੀਆਂ ਤੇ ਪੰਜਾਬ ਦਾ ਜੋ ਸੰਯੁਕਤ ਕਿਸਾਨ ਮੋਰਚਾ ਹੈ, ਗੈਰ ਸਿਆਸੀ ਜਿਹਨੂੰ ਆਖਦੇ ਹਨ, ਤੋ ਇਹਨਾਂ ਦੀ ਆਪਸ ਦੇ ਵਿੱਚ ਇੱਕ ਵਿਸ਼ਾਲ ਮਹਾ ਰੈਲੀ ਹੋਈ ਔਰ ਆਪਣੀਆਂ ਮੰਗਾਂ ਨੂੰ ਮਨਵਾਉਣ ਵਾਸਤੇ ਜੋ ਇਹ ਫੈਸਲਾ ਕੀਤਾ ਗਿਆ ਕਿ 13 ਫਰਵਰੀ ਨੂੰ ਦਿੱਲੀ ਵੱਲ ਕੂਚ ਕੀਤਾ ਜਾਏਗਾ। ਤੋ ਉਹਨਾਂ ਦੇ ਇਸ ਐਲਾਨ ਤੋਂ ਬਾਅਦ ਜਿਹੜਾ ਅੰਦੋਲਨ ਕਿਸਾਨਾਂ ਨੇ 2020 ਦੇ ਵਿੱਚ ਵਿੱਢਿਆ ਸੀ, ਸਾਲ ਭਰ ਇਹ ਅੰਦੋਲਨ ਚੱਲਿਆ ਸੀ ਔਰ ਫਿਰ ਉਸ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਕੀਤਾ ਸੀ। ਉਸ ਤੋਂ ਬਾਅਦ ਇਸ ਅੰਦੋਲਨ ਨੂੰ ਮੋੜਾ ਪਿਆ ਸੀ। ਉਹਨਾਂ ਦਿਨਾਂ ਦੀ ਯਾਦ ਜੋ ਹੈ ਕਿਸਾਨਾਂ ਦੇ ਇਸ ਅੰਦੋਲਨ ਤੋਂ ਬਾਅਦ ਤਾਜ਼ਾ ਹੋ ਰਹੀ ਹੈ। ਇਸ ਜਿਹੜਾ ਇਹ ਮੀਟਿੰਗ ਹੋਈ ਕਿਸਾਨਾਂ ਦੀ, ਉਹਦੇ ਵਿੱਚ ਕਿਸਾਨ ਆਗੂਆਂ ਦਾ ਬਹੁਤਿਆਂ ਦਾ ਇਹ ਆਖਣਾ ਸੀ ਕਿ ਜੋ ਕੇਂਦਰ ਸਰਕਾਰ ਹੈ, ਇਹ ਕੇਂਦਰ ਸਰਕਾਰ ਜਾਂ ਪਿਛਲੀਆਂ ਸਰਕਾਰਾਂ ਜਿਹੜੀਆਂ ਰਹੀਆਂ ਹਨ ਹੋਰਨਾਂ ਪਾਰਟੀਆਂ ਦੀ ਵੀ, ਉਹ ਜੋ ਹੈ ਦੇਸ਼ ਦੇ ਅਰਚਾਰੇ ਨੂੰ ਦੇਸ਼ ਵਿਦੇਸ਼ ਦੇ ਕਾਰਪੋਰੇਟ ਘਰਾਣਿਆਂ ਨੂੰ, ਅਮੀਰਾਂ ਨੂੰ ਵੇਚ ਰਹੀਆਂ ਹਨ। ਕਿਸਾਨਾਂ ਦੀਆਂ ਜ਼ਮੀਨਾਂ ਖੋਹੀਆਂ ਜਾ ਰਹੀਆਂ ਹਨ। ਇਸ ਦੇ ਨਾਲ ਜੋ ਕਿਸਾਨਾਂ ਤੇ ਮਜ਼ਦੂਰਾਂ ਦੀ ਬਰਬਾਦੀ ਹੋਏਗੀ। ਬੁਲਾਰਿਆਂ ਨੇ ਆਖਿਆ ਕਿ ਅੰਦੋਲਨ ਲਈ ਪੰਜਾਬ, ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਉੱਤਰਾਖੰਡ ਤੇ ਯੂਪੀ ਦੇ ਵਿੱਚ ਪੂਰੀਆਂ ਤਿਆਰੀਆਂ ਵਿੱਢ ਦਿੱਤੀਆਂ ਗਈਆਂ ਹਨ। ਤੋ ਕਿਸਾਨਾਂ ਦੀਆਂ ਜੋ ਮੰਗਾਂ ਹਨ, ਇੱਕ ਤਾਂ ਉਹ ਮੰਗਾਂ ਹਨ ਜਿਹੜੀਆਂ ਜਿਨ੍ਹਾਂ 'ਤੇ ਅਮਲ ਨਹੀਂ ਹੋਇਆ, ਜੋ ਪਿਛਲੇ ਕਿਸਾਨ ਅੰਦੋਲਨ ਦੇ ਦੌਰਾਨ ਉਠਾਈਆਂ ਗਈਆਂ ਸਨ ਔਰ ਉਸ ਤੋਂ ਬਾਅਦ ਜਿਹੜਾ ਹੈ ਕੁਝ ਮੰਗਾਂ ਨਾਲ ਹੋਰ ਜੁੜ ਗਈਆਂ ਹਨ, ਭਾਵੇਂ ਉਸ ਦਾ ਵੀ ਸਬੰਧ ਜਿਹੜਾ ਹੈ ਉਸ ਸਮੇਂ ਦੀਆਂ ਮੰਗਾਂ ਨੂੰ ਲੈ ਕੇ ਹੈ। ਤੋ ਜਿਹੜੀਆਂ ਮੁੱਖ ਕੁਝ ਇੱਕ ਮੰਗਾਂ ਹਨ, ਉਹਦੇ ਵਿੱਚ ਇਹ ਹੈ ਜੀ, ਇੱਕ ਤਾਂ ਫਸਲਾਂ ਦੀ ਜੋ ਕੀਮਤ ਹੈ, ਮਿਨੀਮਮ ਸਪੋਰਟ ਪ੍ਰਾਈਸ ਹੈ, ਘੱਟੋ ਘੱਟ ਸਮਰਥਨ ਮੁੱਲ ਹੈ, ਉਹ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਦੇ ਮੁਤਾਬਕ ਹੋਣਾ ਚਾਹੀਦਾ ਹੈ। ਪੁਰਾਣੀ ਮੰਗ ਹੈ ਫਸਲ ਬੀਮਾ ਯੋਜਨਾ ਲਾਗੂ ਹੋਣੀ ਚਾਹੀਦੀ ਹੈ। ਕਿਸਾਨੀ ਦੇ ਸਮੁੱਚੇ ਕਰਜ਼ੇ ਮਾਫ ਹੋਣੇ ਚਾਹੀਦੇ ਹਨ ਔਰ 58 ਸਾਲ ਤੋਂ 58 ਸਾਲ ਤੋਂ ਵੱਧ ਉਮਰ ਦੇ ਜੋ ਕਿਸਾਨ ਹਨ ਉਹਨਾਂ ਨੂੰ 10,000 ਰੁਪਏ ਮਹੀਨਾ ਪੈਨਸ਼ਨ ਮਿਲਣੀ ਚਾਹੀਦੀ ਹੈ। ਔਰ ਦਿੱਲੀ ਕਿਸਾਨ ਮੋਰਚਾ ਜਿਹਦਾ ਮੈਂ ਜ਼ਿਕਰ ਕੀਤਾ ਹੈ, ਉਸ ਦੌਰਾਨ ਜੋ ਕਿਸਾਨਾਂ ਦੇ ਖਿਲਾਫ ਪਰਚੇ ਦਰਜ ਕੀਤੇ ਗਏ ਸਨ, ਉਹ ਰੱਦ ਹੋਣੇ ਚਾਹੀਦੇ ਹਨ। ਔਰ ਇਸ ਮੌਕੇ 'ਤੇ ਹੋਰ ਵੀ ਮੰਗਾਂ ਨੇ। ਇਸ ਮੌਕੇ 'ਤੇ ਕਈ ਸੀਨੀਅਰ ਆਗੂ ਜਿਵੇਂ ਨੇ ਸਰਵਣ ਪੰਦੇਰ ਹੋਰੀ, ਜਗਜੀਤ ਸਿੰਘ ਡੱਲੇਵਾਲ, ਜਸਵਿੰਦਰ ਸਿੰਘ ਲੌਂਗੋਵਾਲ, ਬਲਦੇਵ ਸਿੰਘ ਜ਼ੀਰਾ, ਬਲਦੇਵ ਸਿੰਘ ਸਿਰਸਾ, ਸਤਨਾਮ ਸਿੰਘ ਬਾਗੜੀਆ, ਗੁਰਮੀਤ ਸਿੰਘ ਮਾਂਗਟ, ਦੇਸਰਾਜ ਮੌਡਗਿਲ ਤੇ ਹੋਰ ਲੋਕ ਜੋ ਹਨ ਉਹ ਇਸ ਮੌਕੇ 'ਤੇ ਮੌਜੂਦ ਸਨ। ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਸੁਖਪਾਲ ਖਹਿਰਾ ਹੋਰੀ ਜੇਲ੍ਹ ਵਿੱਚ ਬੰਦ ਸਨ ਜੀ। ਉਹਨਾਂ ਨੂੰ ਹਾਈ ਕੋਰਟ ਵੱਲੋਂ 2015 ਦੇ ਜੋ ਹੈਰੋਇਨ ਦੀ ਬਰਾਮਦਗੀ ਹੋਈ ਸੀ, ਉਸ ਕੇਸ ਦੇ ਵਿੱਚ ਉਹਨਾਂ ਦੀ ਹੁਣ ਗ੍ਰਿਫਤਾਰੀ ਹੋਈ ਸੀ ਸਤੰਬਰ ਦੇ ਮਹੀਨੇ ਦੇ ਵਿੱਚ। ਉਹਨਾਂ ਨੂੰ ਹੁਣ ਜਿਹੜੀ ਹੈ ਹਾਈ ਕੋਰਟ ਵੱਲੋਂ ਜ਼ਮਾਨਤ ਮਿਲ ਗਈ ਹੈ। ਜ਼ਮਾਨਤ ਉਹਨਾਂ ਨੂੰ ਮਿਲ ਗਈ ਵੀਰਵਾਰ, ਪਰ ਰਾਹਤ ਨਹੀਂ ਮਿਲੀ ਉਹਨਾਂ ਨੂੰ, ਕਿਉਂਕਿ ਉੱਧਰੋਂ ਹੁਕਮ ਹੁੰਦਾ ਹੈ ਜ਼ਮਾਨਤ ਦਾ 3 ਮਹੀਨੇ, ਕਰੀਬ 3 ਮਹੀਨੇ ਕਹਿ ਲਓ ਉਹਨੂੰ। ਸਤੰਬਰ ਦੇ ਆਖਰ ਵਿੱਚ ਗ੍ਰਿਫਤਾਰ ਹੋਏ ਸਨ ਤਾਂ 3 ਮਹੀਨੇ ਤਾਂ ਹੋ ਹੀ ਗਏ ਜੀ। ਲੇਕਿਨ ਕੀ ਹੈ, ਇੱਕ ਹੋਰ ਨਵੇਂ ਕੇਸ ਦੇ ਵਿੱਚ ਪੁਲਿਸ ਵੱਲੋਂ ਨਾਲ ਹੀ ਉਹਨਾਂ ਨੂੰ ਗ੍ਰਿਫਤਾਰ ਕਰ ਲਿੱਤਾ ਜਾਂਦਾ ਹੈ। ਤੋ 8 ਸਾਲ ਪੁਰਾਣਾ ਕੇਸ ਹੈ ਜੀ, ਜਿਸ ਦੇ ਵਿੱਚ ਉਹਨਾਂ ਨੂੰ ਜ਼ਮਾਨਤ ਮਿਲੀ ਹੈ। ਔਰ ਵੀਰਵਾਰ ਤੜਕੇ, ਯਾਨੀ ਕਿ ਬੁੱਧਵਾਰ ਤੇ ਵੀਰਵਾਰ ਦੀ ਜਿਹੜੀ ਰਾਤ ਹੈ, ਉਸ ਦੌਰਾਨ ਜਿਹੜਾ ਹੈ ਕਪੂਰਥਲਾ ਪੁਲਿਸ ਵੱਲੋਂ ਸੁਭਾਨਪੁਰ ਥਾਣੇ ਦੇ ਵਿੱਚ ਇੱਕ ਨਵਾਂ ਕੇਸ ਦਰਜ ਕੀਤਾ ਜਾਂਦਾ ਹੈ। ਕੇਸ ਇਹ ਕਿ ਇਸ ਕੇਸ ਦੇ ਵਿੱਚ ਜਿਹੜਾ ਪੁਰਾਣਾ ਕੇਸ ਹੈ 8 ਸਾਲ ਦਾ ਹੈਰੋਇਨ ਦੀ ਬਰਾਮਦਗੀ ਵਾਲਾ, ਉਸ ਦੇ ਵਿੱਚ ਇਹਨਾਂ ਵੱਲੋਂ ਗਵਾਹ ਨੂੰ ਡਰਾਉਣ ਧਮਕਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਤੋ ਨਾਭਾ ਜੇਲ੍ਹ ਦੇ ਵਿੱਚ ਉਹ ਸਤੰਬਰ ਤੋਂ ਬੰਦ ਸਨ। ਤੋ ਉੱਥੋਂ ਜਦੋਂ ਜ਼ਮਾਨਤ ਹੁੰਦੀ ਹੈ, ਉੱਧਰੋਂ ਨਾਲ ਹੀ ਪੁਲਿਸ ਇੱਧਰੋਂ ਨਵੇਂ ਕੇਸ ਦੇ ਵਿੱਚ ਉਹਨਾਂ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਫਿਰ ਗ੍ਰਿਫਤਾਰ ਕਰ ਲੈਂਦੀ ਹੈ। ਉਹਨਾਂ ਨੂੰ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਜਾਂਦਾ ਹੈ। 7 ਦਿਨਾਂ ਪੁਲਿਸ ਰਿਮਾਂਡ ਦੀ ਮੰਗ ਕੀਤੀ ਜਾਂਦੀ ਹੈ। ਅਦਾਲਤ ਵੱਲੋਂ 1 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਜਾਂਦਾ ਹੈ ਔਰ ਸ਼ੁੱਕਰਵਾਰ 1 ਦਿਨ ਪਹਿਲਾਂ ਹੁਣ ਇਸ ਪੁਲਿਸ ਰਿਮਾਂਡ ਦਾ ਸਮਾਂ ਮੁੱਕਣ 'ਤੇ ਉਹਨਾਂ ਨੂੰ ਅਦਾਲਤ ਵੱਲੋਂ 15 ਦਿਨਾਂ ਵਾਸਤੇ ਅਦਾਲਤੀ ਹਿਰਾਸਤ ਵਿੱਚ ਜੁਡੀਸ਼ੀਅਲ ਕਸਟਡੀ ਵਿੱਚ ਭੇਜ ਦਿੱਤਾ ਜਾਂਦਾ ਹੈ।
ਤੋ ਇਹ ਜਿਹੜਾ ਨਵਾਂ ਕੇਸ ਹੈ ਜੀ, ਹੁਣ ਨਵਾਂ ਕੇਸ ਇਹ ਹੈ ਕਿ ਕਸ਼ਮੀਰ ਸਿੰਘ ਨਾਂ ਦਾ ਜੋ ਵਿਅਕਤੀ ਹੈ ਉਸ ਦੀ ਪਤਨੀ ਰਣਜੀਤ ਕੌਰ ਨੇ ਦੀ ਸ਼ਿਕਾਇਤ 'ਤੇ ਪਰਚਾ ਦਰਜ ਕੀਤਾ ਗਿਆ ਸੀ। ਕਸ਼ਮੀਰ ਸਿੰਘ ਜਿਹੜੇ ਹੈ ਜੀ ਉਹ 2015 ਵਾਲਾ ਜੋ ਕੇਸ ਹੈ ਉਸ ਦੇ ਵਿੱਚ ਉਹ ਗਵਾਹ ਸੀ। ਹਾਂਜੀ, ਤੇ ਉਹਨਾਂ ਦੀ ਧਰਮ ਪਤਨੀ ਦਾ ਇਹ ਆਖਣਾ ਸੀ ਕਿ ਉਹਨਾਂ ਨੇ 15 ਅਕਤੂਬਰ ਵਾਲੇ ਦਿਨ ਉਹਨਾਂ ਦੇ ਘਰ 2 ਗੁੰਡਿਆਂ ਨੇ ਆ ਕੇ ਉਹਨਾਂ ਨੂੰ ਡਰਾਉਣ ਧਮਕਾਉਣ ਦੀ ਕੋਸ਼ਿਸ਼ ਕੀਤੀ ਔਰ ਫਿਰ 22 ਅਕਤੂਬਰ ਵਾਲੇ ਦਿਨ ਉਹਨਾਂ ਨੂੰ ਥਾਂ ਤੋਂ ਕਾਲਸ ਆਈਆਂ ਮੋਬਾਈਲ ਦੇ ਉੱਪਰ ਕਿ ਉਹਨਾਂ ਨੂੰ ਫਿਰ ਡਰਾਉਣ ਧਮਕਾਉਣ ਦੀ ਕੋਸ਼ਿਸ਼ ਸੀ ਕਿ ਤੁਸੀਂ ਚੁੱਪ ਹੋ ਜਾਓ, ਪਿੱਛੇ ਹਟ ਜਾਓ, ਨਹੀਂ ਤਾਂ ਮਾੜਾ ਹੋ ਸਕਦਾ ਹੈ। ਤਾਂ ਇਸ ਬਾਬਤ ਉਹਨਾਂ ਨੇ ਆਖ ਰਹੇ ਹਨ ਕਿ ਪੁਲਿਸ ਨੂੰ ਸ਼ਿਕਾਇਤ ਕੀਤੀ, ਉਹਨਾਂ ਦੀ ਨਹੀਂ ਸੁਣੀ ਗਈ, ਉਹਨਾਂ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ। ਉਸ ਤੋਂ ਬਾਅਦ ਜੋ ਹੈ ਕਾਰਵਾਈ ਹੋਈ ਤੇ ਪਰਚਾ ਜੋ ਹੈ ਦਰਜ ਕੀਤਾ ਗਿਆ। तो जो पंजाब पुलिस की स्पैशल इन्वेस्टिगेशन टीम है जी उस दी सिफारिश से 2015 का जो ये ड्रग केस है उस दे मुख दोषी गुरदेव सिंह नूं पनाह देण दे मामले दे विच गुरदेव सिंह नूं पनाह देण दे मामले दे विच 29 सितंबर 2023 साढ़े 3 महीने पहला सुखपाल खैरा होरां नूं गिरफ्तार किया गया सी। एक केस जो है जी फाजिलका जिले के जलालाबाद पुलिस स्टेशन विच दर्ज किया गया सी। पुराना जिहड़ा केस है 2015 का 2 किलो हैरोइन बरामद हुई सी, 24 गोल्ड बिस्किट, हथियार बरामद हुए सन, पाकिस्तान के 2 सिम कार्ड भी बरामद हुए सन। और ये इल्ज़ाम है कि गुरदेव सिंह जो है वो खेड़ा होना दा नेड़ला साथी है जिहड़ा कि इस केस दे विच एक मुख दोषी है। तो हाई कोर्ट ने जो हुण मौजूदा उन्होंने जमानत दी है उस दे विच ये जरूर उसने आख्या है कि सुखपाल होरां दी गिरफ्तारी जो है वो नाजायज़ नहीं सी। जज साहब आखदे हन कि जांच तहत नवे सबूत सामने आए हैं और 10 साल केस पुराना तो है पर इस केस नूं बंद नहीं सी कीता गया। और जज साहब अगे फरमा रहे हैं कि सुप्रीम कोर्ट ने भी जिहड़ी राहत दित्ती सी सुखपाल खैरा होरां नूं उहदे विच सुप्रीम कोर्ट ने जांच एजेंसियों नूं पुलिस नूं होर जांच करन तो मना नहीं सी कीता, रोकिया नहीं सी, ना कि इन्हां नूं दोष मुक्त करार दिता गया सी। हाँ ये जरूर है कि जिहड़ी मौजूदा गिरफ्तारी इन्हां दी हुई सी 3 महीने तो ज़्यादा समय पहलां उस दे विच इन्ने ठोस सबूत जिहड़े हैं फिलहाल पुलिस जुटाउण दे विच समर्थ नहीं रही है। सो उन्होंने जमानत मंजूर की है। वक्री गल है जिवें मैं जिक्र किया कि उन्हों की भावें फिर गिरफ्तारी हो गई है। तो इस दौरान जो कांग्रेस पार्टी है उसके सीनियर आगू ने आख्या है कि पंजाब की पुलिस भगवंत मान होरां दी सरकार जो है वो सियासी बदलाखोरी की भावना के नाल काम कर रही है। असैंबली दे विच विरोधी धिर दे नेता कांग्रेस आगू प्रताप सिंह बाजवा ने आख्या कि ये तो बदलाखोरी की सिखर है। हाई कोर्ट रिहा करती है तो पंजाब पुलिस इन्हों गिरफ्तार कर लैंदी है। वो आखते हैं कि सुखपाल खैरा होनी ने तड़क बुला रहे हैं और भगवंत मान होरां दीयां लोक विरोधी नीतियों के खिलाफ अक्सर आवाज़ बुलंद करते रहते हैं। इस तरह ही पंजाब कांग्रेस के प्रधान अमरिंदर सिंह राजा वड़िंग होरां ने आख्या है कि ये बदलाव की गल करते सन, बदलाव की चेंज की, ये बदलाव नहीं है, ये बदला है। सो जी साथियों जो मैं जिक्र किया सी 5 प्रमुख खबरां हैं विस्तार नाल चर्चा करांगे। गलबात मेरी पूरी हो गई है, इस तरह मिलते रहना है। मैनूं रमन कुमार नूं इजाजत दिओ। शुक्रिया आप जी का।